हाँ जी डियर स्टूडेंट्स गुड मॉर्निंग बच्चे ਹੁਣ ਅਸੀਂ ਬੋਰੋਡ ਫੰਡ ਬਾਰੇ ਡਿਸਕਸ ਕਰ ਰਹੇ ਹਾਂ ਵਟ ਇਜ਼ ਬੋਰੋਡ ਫੰਡ ਬੋਰੋਡ ਫੰਡਸ ਆਰ ਦਾ ਫੰਡ ਰੇਜ਼ਡ ਥਰੂ ਲੋਨ ਔਰ ਬੋਰਿੰਗਸ ਠੀਕ ਹੈ ਜਿਹੜੇ ਆਪਾਂ ਲੋਨਸ ਵਗੈਰਾ ਲੈਂਦੇ ਆ ਜਾਂ ਬੋਰਿੰਗਸ ਕਿਸੇ ਪੈਸਾ ਉਧਾਰ ਲੈਂਦੇ ਆ ਉਹਨੂੰ ਕਹਿੰਦੇ ਨੇ ਬੋਰੋਡ ਫੰਡਸ ਦੇ ਬਹੁਤ ਸਾਰੇ ਸੋਰਸਿਸ ਹੈ ਫਸਟ ਡਿਵੈਂਚਰ ਐਂਡ ਬੌਂਡਸ ਲੋਨ ਫਰੋਮ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਲੋਨ ਫਰੋਮ ਕਮਰਸ਼ੀਅਲ ਬੈਂਕ ਪਬਲਿਕ ਡਿਪੋਜ਼ਿਟ ਟ੍ਰੇਡ ਕ੍ਰੈਡਿਟ ਇੰਟਰ ਕਾਰਪੋਰੇਟ ਡਿਪੋਜ਼ਿਟ ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਬੋਰੋਡ ਫੰਡਸ ਨੇ ਇਹ ਕੀ ਹੁੰਦੇ ਨੇ। ਜਦੋਂ ਕੋਈ ਵੀ ਕੰਪਨੀ ਨੂੰ ਆਪਣੀ ਮਤਲਬ ਕਿ ਕੰਪਨੀ ਦੇ ਵਿੱਚ ਪੈਸੇ ਦੀ ਜ਼ਰੂਰਤ ਹੁੰਦੀ ਹੈ ਬੱਚੇ ਉਹ ਦੋ ਤਰੀਕੇ ਨਾਲ ਜਿਹੜਾ ਫੰਡ ਹੈ ਉਹ ਰੇਜ਼ ਕਰ ਸਕਦੀ ਹੈ ਠੀਕ ਹੈ। ਫਸਟ ਮੈਥਡ ਹੈਗਾ ਆਪਣੇ ਕੋਲੇ ਓਨਰ ਫੰਡ ਐਂਡ ਸੈਕਿੰਡ ਮੈਥਡ ਹੈਗਾ ਆਪਣੇ ਕੋਲੇ ਬੋਰੋਡ ਫੰਡ ਯਾਨੀ ਕਿ ਲੋਨ ਡੈਟ ਜਿਹਨੂੰ ਆਪਾਂ ਬੋਲਦੇ ਹਾਂ ਠੀਕ ਹੈ। ਓਨਰਸ ਫੰਡਸ ਦੇ ਉੱਪਰ ਆਪਾਂ ਡਿਵੀਡੈਂਡ ਪੇ ਕਰਦੇ ਹਾਂ ਬਟ ਜਿਹੜਾ ਲੋਨ ਵਗੈਰਾ ਹੁੰਦਾ ਹੈ ਆਪਣਾ ਬੋਰੋਡ ਫੰਡ ਹੁੰਦਾ ਇਹਦੇ ਉੱਪਰ ਆਪਾਂ ਇੰਟਰਸਟ ਪੇ ਕਰਦੇ ਹਾਂ ਠੀਕ ਹੈ। ਉਸ ਤੋਂ ਬਾਅਦ ਜਿਹੜਾ ਆਪਣਾ ਬੋਰੋਡ ਫੰਡ ਹੁੰਦਾ ਬੱਚੇ ਇਹ ਕੀ ਹੈ ਇਹ ਇੱਕ ਮਤਲਬ ਕਿ ਲੌਂਗ ਟਰਮ ਫੰਡ ਹੈ ਜਿਹੜਾ ਆਪਾਂ 6 to 10 ਈਅਰਸ ਪੀਰੀਅਡ ਤੋਂ ਵੀ ਜ਼ਿਆਦਾ ਲਈ ਰੇਜ਼ ਕਰ ਸਕਦੇ ਹਾਂ। ਇਹ ਕੰਪਨੀ ਦੇ ਬੱਚੇ ਕ੍ਰੈਡੀਟਰਸ ਹੁੰਦੇ ਨੇ ਜਿਹੜੇ ਡਿਵੈਂਚਰਸ ਮਤਲਬ ਕਿ ਜਿਵੇਂ ਹੁਣ ਸਪੋਜ਼ ਕਰੋ ਜਿਹੜੇ ਡਿਵੈਂਚਰਸ ਨੇ ਇਹ ਕੀ ਨੇ ਕੰਪਨੀ ਦੇ ਕ੍ਰੈਡੀਟਰਸ ਨੇਗੇ। ਕ੍ਰੈਡੀਟਰਸ ਕਿਵੇਂ ਹੋਏ ਕ੍ਰੈਡੀਟਰ ਉਹ ਪਰਸਨ ਹੋਇਆ ਜਿਹਨੂੰ ਆਪਾਂ ਪੈਸਾ ਦੇਣਾ ਠੀਕ ਹੈ ਤੇ ਡੈਟਰਸ ਉਹ ਪਰਸਨ ਹੁੰਦੇ ਨੇ ਜਿਨ੍ਹਾਂ ਤੋਂ ਆਪਾਂ ਨੇ ਪੈਸਾ ਲੈਣਾ। ਸੋ ਜਿਹੜੇ ਡਿਵੈਂਚਰਸ ਨੇ ਇਹ ਕੀ ਨੇ ਕੰਪਨੀ ਦੇ ਕ੍ਰੈਡੀਟਰਸ ਨੇ। ਹੁਣ ਆਪਾਂ ਡਿਵੈਂਚਰ ਦੀ ਡੈਫੀਨੇਸ਼ਨ ਦੇਖਦੇ ਹਾਂ। ਡਿਵੈਂਚਰ ਐਂਡ ਬੌਂਡਸ ਆਰ ਇੰਪੋਰਟੈਂਟ ਇੰਸਟਰੂਮੈਂਟ ਫॉर ਰੇਜ਼ਿੰਗ ਲੌਂਗ ਟਰਮ ਡੈਟ ਕੈਪੀਟਲ। ਡਿਵੈਂਚਰਸ ਤੇ ਬੌਂਡਸ ਕੀ ਨੇ ਇੱਕ ਇੰਪੋਰਟੈਂਟ ਇੰਸਟਰੂਮੈਂਟ ਨੇ ਜਿਹਦੇ ਥਰੂ ਅਸੀਂ ਲੌਂਗ ਟਰਮ ਕੈਪੀਟਲ ਰੇਜ਼ ਕਰ ਸਕਦੇ ਹਾਂ ਠੀਕ ਹੈ ਜੀ। ਸੈਕਸ਼ਨ 2 ਸਬਸੈਕਸ਼ਨ 30 ਆਫ ਦੀ ਕੰਪਨੀ ਐਕਟ 2030 ਡਿਵੈਂਚਰ ਦੇ ਵਿੱਚ ਬੱਚੇ ਤੁਹਾਡੇ ਸਟਾਕ ਬੌਂਡਸ ਕੋਈ ਇੰਸਟਰੂਮੈਂਟ ਹੈ ਜਿਹੜਾ ਉਹ ਕੰਪਨੀ ਦਾ ਕੀ ਹੈ ਆ ਸਕਦਾ ਹੈ ਠੀਕ ਹੈ। ਇਹ ਕੀ ਇੱਕ ਐਵੀਡੈਂਸ ਹੁੰਦੇ ਨੇ ਵੀ ਹਾਂ ਅਸੀਂ ਇਸ ਕੰਪਨੀ ਤੋਂ ਪੈਸੇ ਰੇਜ਼ ਕੀਤੇ ਨੇ ਜਾਂ ਉਹਦੇ ਉੱਪਰ ਕੀ ਹੈ ਕੰਪਨੀ ਦੇ ਉੱਪਰ ਆਪਾਂ ਜਦੋਂ ਵੀ ਕੋਈ ਡਿਵੈਂਚਰਸ ਰੇਜ਼ ਕਰਦੇ ਹਾਂ ਠੀਕ ਹੈ ਤਾਂ ਕੰਪਨੀ ਤੋਂ ਡਿਵੈਂਚਰ ਹੋਲਡਰਸ ਕੀ ਕਰਦੇ ਨੇ ਚਾਰਜ ਲੈਂਦੇ ਨੇ ਐਸੈਟ ਦਾ ਵੀ ਯਾਨੀ ਕਿ ਜੇ ਕੰਪਨੀ ਇੰਟਰਸਟ ਪੇ ਨਹੀਂ ਕਰ ਪਾ ਰਹੀ ਤਾਂ ਉਹ ਕੀ ਕਰ ਸਕਦੀ ਹੈ ਉਹਦੀ ਐਸੈਟ ਨੂੰ ਸੇਲ ਕਰ ਸਕਦੀ ਹੈ। ਡਿਵੈਂਚਰ ਇਜ਼ ਏ ਡਾਕੂਮੈਂਟ ਔਰ ਸਰਟੀਫਿਕੇਟ ਵਿਚ ਇਜ਼ ਇਸ਼ੂਡ ਅੰਡਰ ਦੀ ਕਾਮਨ ਸੀਲ ਆਫ ਦੀ ਕੰਪਨੀ। ਡਿਵੈਂਚਰ ਕੀ ਹੈ ਇੱਕ ਡਾਕੂਮੈਂਟ ਹੈ ਸਰਟੀਫਿਕੇਟ ਹੈ ਜਿਹੜਾ ਕਾਮਨ ਸੀਲ ਆਫ ਕੰਪਨੀ ਦੇ ਅੰਡਰ ਇਸ਼ੂ ਕੀਤਾ ਜਾਂਦਾ ਹੈ ਠੀਕ ਹੈ। ਐਕਨੋਲੇਜਿੰਗ ਇਟਸ ਡੈਟ ਟੂ ਦੀ ਹੋਲਡਰ ਐਟ ਗਿਵਨ ਟਰਮਸ ਐਂਡ ਕੰਡੀਸ਼ਨ। ਇਹਦੇ ਵਿੱਚ ਐਕਨੋਲੇਜ ਕੀਤਾ ਜਾਂਦਾ ਹੈ ਹੋਲਡਰਸ ਕੰਪਨੀ ਐਕਨੋਲੇਜ ਕਰਦੀ ਹੈ ਵੀ ਇਸ ਟਰਮਸ ਐਂਡ ਕੰਡੀਸ਼ਨ ਦੇ ਅੰਡਰ ਅਸੀਂ ਡੈਟ ਰੇਜ਼ ਕੀਤਾ ਹੈ। ਅਮਾਊਂਟ ਆਫ ਦੀ ਲੋਨ rate of interest security are clearly mentioned by the company on that document। ਇਹ ਪ੍ਰੋਪਰਲੀ ਇਹਦੇ ਉੱਪਰ ਮੈਂਸ਼ਨ ਕੀਤਾ ਜਾਂਦਾ ਹੈ ਵੀ ਅਸੀਂ ਇੰਨੀ ਅਮਾਊਂਟ ਆਫ ਲੋਨ ਰੇਜ਼ ਕਰਿਆ ਇੰਨਾ ਇੰਟਰਸਟ ਪੇ ਕਰਨਾ ਹੈ ਠੀਕ ਹੈ ਬੱਚੇ। ਦੈਨ ਉਸ ਤੋਂ ਬਾਅਦ ਆਪਣੇ ਕੋਲੇ ਆਉਂਦੇ ਨੇ ਫੀਚਰਸ ਆਫ ਡਿਵੈਂਚਰਸ। ਫਸਟ ਪੁਆਇੰਟ ਹੈਗਾ ਆਪਣੇ ਕੋਲੇ ਬੋਰੋਡ ਫੰਡ। ਡਿਵੈਂਚਰਸ ਕੀ ਨੇ ਕੰਪਨੀ ਦੇ ਬੋਰੋਡ ਫੰਡਸ ਹੁੰਦੇ ਨੇ। ਡਿਵੈਂਚਰ ਹੋਲਡਰਸ ਕੀ ਨੇ ਕੰਪਨੀ ਦੇ ਕ੍ਰੈਡੀਟਰਸ ਨੇ ਠੀਕ ਹੈ। ਉਸ ਤੋਂ ਬਾਅਦ ਹੈਗਾ ਪੀਰੀਓਡਿਕ ਇੰਟਰਸਟ ਪੇਮੈਂਟ। ਡਿਵੈਂਚਰ ਹੋਲਡਰਸ ਨੂੰ ਬੱਚੇ ਆਪਾਂ ਨੂੰ ਫਿਕਸ ਰੇਟ ਆਫ ਇੰਟਰਸਟ ਹੈ ਜਿਹੜਾ ਪੇ ਕਰਨਾ ਪੈਂਦਾ ਠੀਕ ਹੈ। ਡਿਵੈਂਚਰ ਹੋਲਡਰਸ ਕੋਈ ਵੀ ਕੰਪਨੀ ਨੂੰ ਪੈਸਾ ਇਸ ਤਰ੍ਹਾਂ ਨਹੀਂ ਦਿੰਦਾ ਉਸ ਦੇ ਬਦਲੇ ਕੰਪਨੀ ਨੂੰ ਇੰਟਰਸਟ ਪੇ ਕਰਨਾ ਪਏਗਾ ਚਾਹੇ ਤੁਸੀਂ ਬੈਂਕ ਤੋਂ ਲੋਨ ਲਓ ਠੀਕ ਹੈ। ਤਾਂ ਡਿਵੈਂਚਰ ਹੋਲਡਰਸ ਆਰ ਪੇਡ ਫਿਕਸ ਰੇਟ ਆਫ ਇੰਟਰਸਟ ਐਟ ਸਪੈਸੀਫਾਈਡ ਇੰਟਰਵਲਸ ਸੇ 6 ਮੰਥ ਵੀ ਹੋ ਸਕਦਾ ਅਤੇ 1 ਈਅਰ ਵੀ ਹੋ ਸਕਦਾ। ਦੈਨ ਹੈਗਾ ਆਪਣੇ ਕੋਲੇ ਕੰਪਲਸਰੀ ਪੇਮੈਂਟ ਆਫ ਇੰਟਰਸਟ ਠੀਕ ਹੈ ਨਾ। ਇਹ ਕੀ ਹੈ ਇੱਕ ਲੀਗਲ ਓਬਲੀਗੇਸ਼ਨ ਹੈ ਕੰਪਲਸਰੀ ਹੈ ਇਹ ਆਪਾਂ ਨੂੰ ਕੰਪਨੀ ਨੂੰ ਪੇਮੈਂਟ ਕਰਨੀ ਹੀ ਪੈਣੀ ਹੈ ਡਿਵੈਂਚਰ ਹੋਲਡਰਸ ਨੂੰ। ਕਿਉਂ ਕਰਨੀ ਪੈਣੀ ਹੈ ਚਾਹੇ ਕੰਪਨੀ ਕੋਲ ਪ੍ਰੋਫਿਟ ਹੋਵੇ ਚਾਹੇ ਨਾ ਹੋਵੇ ਜਿਹੜੇ ਡਿਵੈਂਚਰ ਹੋਲਡਰਸ ਨੇ ਇਹਨਾਂ ਨੂੰ ਇੰਟਰਸਟ ਪੇ ਕਰਨਾ ਪਏਗਾ। ਨੋ ਵੋਟਿੰਗ ਰਾਈਟ ਜਿਹੜੇ ਡਿਵੈਂਚਰ ਹੋਲਡਰਸ ਨੇ ਬੱਚੇ ਇਹਨਾਂ ਕੋਲ ਕੋਈ ਵੋਟਿੰਗ ਰਾਈਟ ਨਹੀਂ ਹੁੰਦਾ। ਇਹ ਕੰਪਨੀ ਦੀ ਕਿਸੇ ਵੀ ਮੈਨੇਜਮੈਂਟ ਦੇ ਵਿੱਚ ਇੰਟਰਫੇਅਰੈਂਸ ਨਹੀਂ ਕਰ ਸਕਦੇ। ਰਿਡਮਸ਼ਨ ਆਫ ਡਿਵੈਂਚਰਸ ਜਿਹੜੇ ਡਿਵੈਂਚਰਸ ਨੇ ਇੱਕ ਸਪੈਸੀਫਾਈਡ ਪੀਰੀਅਡ ਔਰ ਟਾਈਮ ਤੋਂ ਬਾਅਦ ਸਾਨੂੰ ਇਹ ਕੀ ਕਰਨੇ ਪੈਂਦੇ ਨੇ ਰਿਡੀਮਡ ਯਾਨੀ ਕਿ ਪੇਡ ਬੈਕ ਵਾਪਿਸ ਕਰਨੇ ਪੈਂਦੇ ਨੇ। ਚਾਰਜ ਅਗੇਂਸਟ ਐਸਟ ਉਹੀ ਗੱਲ ਹੋ ਗਈ ਵੀ ਜਿਹੜੇ ਡਿਵੈਂਚਰਸ ਨੇਗੇ ਉਹ ਕੰਪਨੀ ਤੋਂ ਕੋਈ ਨਾ ਕੋਈ
ਫਿਕਸ ਐਸਟ ਹੈ ਜਿਹੜੀ ਉਹ ਮੌਰਗੇਜ ਰੱਖਣਗੇ, ਤਾਂ ਕਿ ਜੇ ਕੱਲ੍ਹ ਕੰਪਨੀ ਪੈਸੇ ਇੰਟਰਸਟ ਪੇ ਨਹੀਂ ਕਰ ਰਹੀ ਤਾਂ ਉਹ ਐਸਟ ਨੂੰ ਸੇਲ ਕਰਕੇ ਆਪਣੇ ਪੈਸੇ ਕਵਰ ਕਰ ਸਕਦੇ ਨੇ। ਠੀਕ ਹੈ ਬੱਚੇ। ਹਾਂਜੀ, ਉਸ ਤੋਂ ਬਾਅਦ ਨੈਕਸਟ ਹੈਗਾ ਆਪਣੇ ਕੋਲੇ ਸਿਕਿਉਰ ਆਪਾਂ ਹੁਣ ਗੱਲ ਕਰ ਰਹੇ ਹਾਂ ਟਾਈਪਸ ਆਫ ਡਿਵੈਂਚਰਸ ਦੀ। ਠੀਕ ਹੈ, ਟਾਈਪਸ ਆਫ ਡਿਵੈਂਚਰਸ ਦੇ ਵਿੱਚ ਦੇਖੋ ਬੱਚੇ ਕੀ ਹੈ, ਸਿਕਿਉਰ ਡਿਵੈਂਚਰਸ, ਅਨਸਿਕਿਉਰ ਡਿਵੈਂਚਰ, ਰਿਡੀਮੇਬਲ ਕਨਵਰਟੇਬਲ ਡਿਵੈਂਚਰ, ਨੋਨ ਕਨਵਰਟੇਬਲ ਡਿਵੈਂਚਰਸ, ਰਜਿਸਟਰੀ ਡਿਵੈਂਚਰ, ਇਹ ਸਾਰੀਆਂ ਤੁਹਾਡੀਆਂ ਟਾਈਪਸ ਆ ਜਾਣਗੀਆਂ। ਸੋ ਫਸਟ ਆਫ ਆਲ ਵੀ ਵਿਲ ਡਿਸਕਸ ਅਬਾਊਟ ਸਿਕਿਉਰ ਡਿਵੈਂਚਰਸ। ਸਿਕਿਉਰ ਡਿਵੈਂਚਰਸ ਕਿਹੜੇ ਡਿਵੈਂਚਰਸ ਹੁੰਦੇ ਨੇ, ਜਿਹਦੇ ਵਿੱਚ ਡਿਵੈਂਚਰ ਹੋਲਡਰਸ ਕੋਈ ਨਾ ਕੋਈ ਐਸਟ ਹੈ ਜਿਹੜੀ ਉਹ ਮਤਲਬ ਕਿ ਉਹਦੇ ਉੱਤੇ ਮੋਰਗੇਜ ਰੱਖ ਲੈਂਦੇ ਨੇ। ਠੀਕ ਹੈ ਨਾ, ਜਿਵੇਂ ਡਿਵੈਂਚਰ ਵਿਚ ਆਰ ਸਿਕਿਉਰਡ ਬਾਈ ਦਾ ਚਾਰਜ ਔਨ ਐਸਟ ਐਂਡ ਪ੍ਰੋਪਰਟੀ ਆਫ ਦੀ ਕੰਪਨੀ ਆਰ ਨੋਨ ਐਜ਼ ਸਿਕਿਉਰ ਡਿਵੈਂਚਰਸ। ਇਫ ਦਾ ਕੰਪਨੀ ਫੇਲ ਟੂ ਪੇ ਦੀ ਇੰਟਰਸਟ ਔਰ ਪ੍ਰਿੰਸੀਪਲ ਅਮਾਊਂਟ, then debenture holders can sell the asset in order to satisfy their claim. They are also known as mortgage debentures। ਬੱਚੇ ਜੇ ਇਹਨਾਂ ਨੂੰ mortgage debentures ਵੀ ਕਿਹਾ ਜਾਂਦਾ ਹੈ। ਜੇ ਬਾਈ ਚਾਂਸ ਕੱਲ੍ਹ ਨੂੰ ਕੰਪਨੀ ਫੇਲ ਹੋ ਰਹੀ ਹੈ ਪ੍ਰਿੰਸੀਪਲ ਅਮਾਊਂਟ ਯਾਨੀ ਕਿ ਲੋਨ ਦੀ ਅਮਾਊਂਟ ਪੇ ਕਰਨ ਦੇ ਵਿੱਚ, ਇੰਟਰਸਟ ਪੇ ਕਰਨ ਦੇ ਵਿੱਚ, ਤਾਂ ਜਿਹੜੇ ਡਿਵੈਂਚਰ ਹੋਲਡਰਸ ਨੇ ਉਹ ਐਸਟ ਨੂੰ ਸੇਲ ਕਰਕੇ ਕਲੇਮ ਹੈ ਜਿਹੜਾ ਉਹ ਸੈਟਿਸਫਾਈ ਕਰ ਸਕਦੇ ਨੇ। ਠੀਕ ਹੈ, ਨੈਕਸਟ ਹੈਗਾ ਆਪਣੇ ਕੋਲੇ ਅਨਸਿਕਿਉਰ ਡਿਵੈਂਚਰਸ। ਅਨਸਿਕਿਉਰ ਡਿਵੈਂਚਰਸ ਉਹ ਹੁੰਦੇ ਨੇ ਜਿਹੜੇ ਕਿ ਕੋਈ ਵੀ ਐਸਟ ਦੇ ਉੱਪਰ ਸਿਕਿਉਰਿਟੀ ਜਾਂ ਕੋਈ ਵੀ ਐਸਟ ਦੇ ਉੱਪਰ ਆਪਣਾ ਚਾਰਜ ਨਹੀਂ ਰੱਖਦੇ। ਕੀ ਹੁੰਦੇ ਨੇ, ਅਨਸਿਕਿਉਰਡ। ਵੀ ਜੇ ਕੱਲ੍ਹ ਨੂੰ ਕੰਪਨੀ ਡਿਫੋਲਟ ਹੋ ਰਹੀ ਹੈ ਪੈਸੇ ਦੇਣ ਦੇ ਵਿੱਚ, ਤਾਂ ਇਹ ਕੀ ਕਰ ਸਕਦੇ ਨੇ, ਕੇਸ ਫਾਈਲ ਕਰ ਸਕਦੇ ਨੇ ਉਹਦੇ ਅਗੇਂਸਟ, ਕੰਪਨੀ ਦੇ ਅਗੇਂਸਟ। ਇਹਨੂੰ ਆਪਾਂ ਬੋਲਦੇ ਹਾਂ ਨੇਕਡ ਡਿਵੈਂਚਰ ਜਾਂ ਸਿੰਪਲ ਡਿਵੈਂਚਰਸ। ਠੀਕ ਹੈ, ਨੈਕਸਟ ਹੈਗਾ ਬੱਚੇ ਆਪਣੇ ਕੋਲ ਰਜਿਸਟਰਡ ਡਿਵੈਂਚਰਸ। The debenture in which name of the debenture holders are duly recorded in the register maintained by the company। ਜਿਹਨੇ ਵਿੱਚ ਜਿਵੇਂ ਹੁਣ ਦੇਖੋ ਕੰਪਨੀ, ਇਹਨੂੰ ਬੋਲਦੇ ਹਾਂ ਆਪਾਂ ਰਜਿਸਟਰਡ ਡਿਵੈਂਚਰਸ। Such debentures can be only transferred only by transfer deed or not by mere delivery। ਠੀਕ ਹੈ ਨਾ, ਇਹ ਡਿਵੈਂਚਰਸ ਉਹ ਹੋ ਗਏ ਜਿਹਦੇ ਵਿੱਚ ਉਹ ਪਰਸਨ ਦਾ ਨਾਮ ਜਿਹਤੋਂ ਆਪਾਂ ਡਿਵੈਂਚਰਸ ਲਏ ਨੇ, ਡਿਵੈਂਚਰ ਹੋਲਡਰ ਦਾ ਨਾਮ ਕੰਪਨੀ ਦੇ ਰਜਿਸਟਰ ਦੇ ਵਿੱਚ ਕੀ ਹੋਏਗਾ, ਰਜਿਸਟਰਡ ਹੋਏਗਾ। ਨੈਕਸਟ ਬੱਚੇ ਆਪਾਂ ਗੱਲ ਕਰਦੇ ਹਾਂ ਬੀਰਰ ਡਿਵੈਂਚਰ ਦੀ। These debentures which can be transferred by mere delivery are known as bearer debentures। The company does not keep any record of such debenture holders। Interest due is paid on showing coupons attached to the debentures। ਇਹਦੇ ਵਿੱਚ ਉਸ ਪਰਸਨ ਦਾ ਬੱਚੇ ਕੋਈ ਵੀ ਰਿਕਾਰਡ ਨਹੀਂ ਰੱਖਿਆ ਜਾਂਦਾ ਡਿਵੈਂਚਰ ਹੋਲਡਰਸ ਦਾ। ਇਹ ਆਪਾਂ ਟਰਾਂਸਫਰ ਕਰ ਸਕਦੇ ਹਾਂ ਇੱਕ ਪਰਸਨ ਤੋਂ ਦੂਸਰੇ ਪਰਸਨ ਦੇ ਵਿੱਚ। ਕਨਵਰਟੇਬਲ ਡਿਵੈਂਚਰ ਅਤੇ ਨੋਨ ਕਨਵਰਟੇਬਲ ਡਿਵੈਂਚਰ। ਕਨਵਰਟੇਬਲ ਡਿਵੈਂਚਰਸ ਬੱਚੇ ਉਹ ਡਿਵੈਂਚਰਸ ਹੁੰਦੇ ਨੇ ਜਿਹੜੇ ਕਿ ਇੱਕ ਸਪੈਸੀਫਾਈਡ ਟਾਈਮ ਪੀਰੀਅਡ ਤੋਂ ਬਾਅਦ ਕਨਵਰਟ ਹੋ ਸਕਦੇ ਨੇ, ਜਿਵੇਂ ਕਿ ਇਕੁਇਟੀ ਸ਼ੇਅਰਸ ਦੇ ਵਿੱਚ ਕਨਵਰਟ ਹੋ ਸਕਦੇ ਨੇ। ਠੀਕ ਹੈ, ਉਹਨੂੰ ਆਪਾਂ ਬੋਲਦੇ ਹਾਂ ਕਨਵਰਟੇਬਲ ਡਿਵੈਂਚਰਸ। ਵੀ ਮੰਨ ਲਓ ਇਹ 0 to 10 ਪੀਰੀਅਡ ਤੱਕ ਤੁਹਾਡੇ ਕਨਵਰਟੇਬਲ ਡਿਵੈਂਚਰਸ ਨੇ। ਆਫਟਰ 10 ਈਅਰਸ, ਠੀਕ ਹੈ, ਇਹ ਆਪਣੇ ਆਪ ਹੀ ਇਕੁਇਟੀ ਸ਼ੇਅਰਸ ਦੇ ਵਿੱਚ ਕਨਵਰਟ ਹੋ ਜਾਣਗੇ। ਨੋਨ ਕਨਵਰਟੇਬਲ ਡਿਵੈਂਚਰਸ ਉਹ ਡਿਵੈਂਚਰਸ ਹੁੰਦੇ ਨੇ ਜਿਹੜੇ ਕਨਵਰਟ ਨਹੀਂ ਹੁੰਦੇ। ਹਾਂਜੀ, ਅੱਗੇ ਹੈਗਾ ਫਸਟ ਡਿਵੈਂਚਰ, ਸੈਕਿੰਡ ਡਿਵੈਂਚਰ, ਜ਼ੀਰੋ ਇੰਟਰਸਟ ਡਿਵੈਂਚਰ। ਜਿਹੜੇ ਫਸਟ ਡਿਵੈਂਚਰਸ ਨੇ ਬੱਚੇ ਆਪਣੇ ਕੋਲੇ ਟਾਈਪਸ ਹੋ ਗਈਆਂ, ਜਿਨ੍ਹਾਂ ਨੂੰ ਆਪਾਂ ਸਭ ਨਾਲੋਂ ਪਹਿਲਾਂ ਇੰਟਰਸਟ ਪੇ ਕਰਦੇ ਹਾਂ, ਦੈਟ ਇਜ਼ ਫਸਟ ਡਿਵੈਂਚਰ। ਸੈਕਿੰਡ ਡਿਵੈਂਚਰ ਉਹ ਹੁੰਦੇ ਨੇ ਜੀ ਫਸਟ ਡਿਵੈਂਚਰ ਨੂੰ ਇੰਟਰਸਟ ਪੇ ਕਰਨ ਤੋਂ ਬਾਅਦ ਤਾਂ ਆਪਾਂ ਸੈਕਿੰਡ ਡਿਵੈਂਚਰਸ ਨੂੰ ਪੇ ਕਰਦੇ ਹਾਂ। ਜ਼ੀਰੋ ਇੰਟਰਸਟ ਡਿਵੈਂਚਰਸ ਉਹ ਹੁੰਦੇ ਨੇ ਜਿਨ੍ਹਾਂ ਉੱਪਰ ਕੋਈ ਵੀ ਇੰਟਰਸਟ ਰੇਟ ਪੇ ਨਹੀਂ ਕੀਤਾ ਜਾਂਦਾ। ਠੀਕ ਹੈ ਜੀ। ਦੈਨ ਉਸ ਤੋਂ ਬਾਅਦ ਆਪਣੇ ਕੋਲੇ ਮੈਰਿਟਸ ਆਉਂਦੇ ਨੇ। ਆਈਡਲ ਫੋਰ ਸੇਫ ਇਨਵੈਸਟਰਸ। ਇਹ ਕੀ ਹੈਗਾ, ਮਤਲਬ ਕਿ ਇੱਕ ਫਿਕਸ ਇਨਕਮ ਹੈ, ਇਹਦੇ ਵਿੱਚ ਇੱਕ ਲੈਸ ਰਿਸਕ ਬੱਚੇ ਇਹਦੇ ਵਿੱਚ ਘੱਟ ਹੁੰਦਾ ਹੈਗਾ। ਨੋ ਲੋਸ ਆਫ ਕੰਟਰੋਲ। ਇਹਦੇ ਵਿੱਚ ਜਿਹੜਾ ਡਿਵੈਂਚਰਸ ਹੋਲਡਰਸ ਨੇ ਉਹਨਾਂ ਦਾ ਕੰਟਰੋਲ ਹੈ ਡਿਲਿਊਟ ਨਹੀਂ ਕੀਤਾ ਜਾਂਦਾ, ਮਤਲਬ ਕਿ ਉਹਨਾਂ ਨੂੰ ਕੋਈ ਵੋਟਿੰਗ ਰਾਈਟ ਨਹੀਂ ਹੁੰਦਾ ਵੀ ਉਹ ਕੰਪਨੀ ਦੀ ਮੈਨੇਜਮੈਂਟ ਦੇ ਵਿੱਚ ਕੋਈ ਇੰਟਰਫੇਅਰ ਕਰ ਸਕਣ। ਫਲੈਕਸੀਬਿਲਿਟੀ। ਜਿਹੜੇ ਆਪਣੇ ਡਿਵੈਂਚਰਸ ਹੁੰਦੇ ਨੇ ਉਹ ਉਹਨਾਂ ਨੂੰ ਪ੍ਰੋਪਰ ਫਲੈਕਸੀਬਿਲਿਟੀ ਹੁੰਦੀ ਹੈ। ਉਹ ਕੀ ਕਹਿੰਦੇ ਨੇ, ਮਤਲਬ ਕਿ ਇੱਕ ਫਿਕਸ ਟਾਈਮ ਪੀਰੀਅਡ ਤੋਂ ਬਾਅਦ ਆਪਾਂ ਰਿਡੀਮਡ ਕਰ ਸਕਦੇ ਹਾਂ। ਇਹਦੇ ਵਿੱਚ ਕੋਈ ਓਵਰ ਕੈਪੀਟਲਾਈਜੇਸ਼ਨ ਨਹੀਂ ਹੁੰਦੀ। ਓਵਰ ਕੈਪੀਟਲਾਈਜੇਸ਼ਨ ਦਾ ਮਤਲਬ ਆਪਣੇ ਕੋਲ ਕੋਈ ਆਈਡਲ ਫੰਡ ਨਹੀਂ ਹੁੰਦੇ। ਜੇ ਸਪੋਜ਼ ਕਰੋ ਤੁਹਾਡੇ ਕੋਲ ਮਤਲਬ ਕਿ ਫੰਡਸ ਅਵੇਲੇਬਲ ਨੇ ਤਾਂ ਤੁਸੀਂ ਡਿਵੈਂਚਰਸ ਰਿਡੀਮਡ ਕਰ ਸਕਦੇ ਹੋ ਜਦੋਂ ਮਰਜ਼ੀ। ਇਕਨੋਮਿਕਲ। ਇਹ ਕੀ ਹੈ, ਇੱਕ ਲੈਸ ਕੋਸਟ ਹੈ ਐਜ਼ ਕੰਪੇਅਰ ਟੂ ਪ੍ਰੈਫਰੈਂਸ ਐਂਡ ਇਕੁਇਟੀ ਕੈਪੀਟਲ। ਠੀਕ ਹੈ।
ਡਿਵੈਂਚਰਸ ਦੇ ਉੱਪਰ ਆਪਾਂ ਨੂੰ ਘੱਟ ਰੇਟ ਆਫ ਇੰਟਰਸਟ ਹੈ ਜਿਹੜਾ ਪੇ ਕਰਨਾ ਪੈਂਦਾ ਹੈ। ਇਹ ਜਿਹੜਾ ਇੰਟਰਸਟ ਹੈ ਇਹ ਇੱਕ ਐਨੂਅਲ ਜਨਰਲ ਮੀਟਿੰਗ ਹੁੰਦੀ ਹੈ ਸ਼ੇਅਰ ਹੋਲਡਰਸ ਦੀ, ਉਹਦੇ ਵਿੱਚ ਬੱਚੇ ਡਿਸਾਈਡ ਕੀਤਾ ਜਾਂਦਾ। ਉਸ ਤੋਂ ਬਾਅਦ ਸੁਟੇਬਲ ਡਿਊਰਿੰਗ ਸਟੇਬਲ ਅਰਨਿੰਗ, ਇਹਦੇ ਵਿੱਚ ਜਿਹੜੀ ਅਰਨਿੰਗ ਹੈ ਬੱਚੇ ਉਹ ਸਟੇਬਲ ਰਹਿੰਦੀ ਹੈ। ਟੈਕਸ ਬੈਨੀਫਿਟ ਹੈ, ਜਿੰਨਾ ਆਪਾਂ ਇੰਟਰਸਟ ਪੇ ਕਰਾਂਗੇ, ਜਿਹੜਾ ਇੰਟਰਸਟ ਹੁੰਦਾ ਬੱਚੇ ਇਹ ਇੱਕ ਐਕਸਪੈਂਸ ਦੀ ਤਰ੍ਹਾਂ, ਮਤਲਬ ਕਿ ਇਹ ਇੱਕ ਕੀ ਹੈ ਐਕਸਪੈਂਸ ਹੈ, ਠੀਕ ਹੈ ਨਾ, ਉਹਦੇ ਨਾਲ ਆਪਾਂ ਨੂੰ ਟੈਕਸ ਦੇ ਵਿੱਚ ਕੀ ਹੈ ਡਿਡਕਸ਼ਨ ਮਿਲ ਜੂਗੀ, ਤਾਂ ਇਹ ਕੀ ਹੈ ਇੱਕ ਆਪਣੇ ਲਈ ਐਡਵਾਂਟੇਜ ਹੈ। ਹਾਂਜੀ, ਉਸ ਤੋਂ ਬਾਅਦ ਟ੍ਰੇਡਿੰਗ ਔਨ ਇਕੁਇਟੀ ਡਿਵੈਂਚਰ ਹੋਲਡਰਸ ਦੇ ਉੱਪਰ ਆਪਾਂ ਇੱਕ ਫਿਕਸ ਰੇਟ ਆਫ ਇੰਟਰਸਟ ਪੇ ਕਰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਰਿਮੇਨਿੰਗ ਪ੍ਰੋਫਿਟ ਬਚ ਜਾਂਦਾ ਉਹ ਸ਼ੇਅਰ ਹੋਲਡਰਸ ਨੂੰ ਚਲਾ ਜਾਂਦਾ। ਇਹਦੇ ਨਾਲ ਕੀ ਹੈ ਜਿਹੜੀ ਇਕੁਇਟੀ ਸ਼ੇਅਰ ਹੋਲਡਰਸ ਨੇ ਉਹ ਐਡਵਾਂਟੇਜ ਲੈ ਲੈਂਦੇ ਨੇ। ਇਹ ਚੀਜ਼ ਕੀ ਹੈ ਟ੍ਰੇਡਿੰਗ ਔਨ ਇਕੁਇਟੀ। ਦੈਨ ਬੱਚੇ ਆਪਣੇ ਕੋਲ ਹੈਗਾ ਲਿਮੀਟੇਸ਼ਨਸ ਆਫ ਡਿਵੈਂਚਰਸ। ਫਸਟ ਹੈਗਾ ਪਰਮਾਨੈਂਟ ਬਰਡਨ ਆਫ ਇੰਟਰਸਟ, ਯਾਨੀ ਕਿ ਕੰਪਨੀ ਨੂੰ ਪ੍ਰੋਫਿਟ ਹੋਵੇ ਨਾ ਹੋਵੇ ਉਹਨਾਂ ਨੂੰ ਫਿਕਸ ਰੇਟ ਆਫ ਇੰਟਰਸਟ ਪੇ ਕਰਨਾ ਪਏਗਾ। ਇਹ ਕੀ ਇੱਕ ਪਰਮਾਨੈਂਟ ਬਰਡਨ। ਐਡਵਰਸ ਇੰਪੈਕਟ ਔਨ ਦੀ ਬੋਰਿੰਗ ਕਪੈਸਿਟੀ, ਇਹਦੇ ਨਾਲ ਕੀ ਹੈ ਜਿਹੜੇ ਡਿਵੈਂਚਰਸ ਨੇ ਉਹਨਾਂ ਦੀ ਦਾ ਇਸ਼ੂ ਆਫ ਡਿਵੈਂਚਰ ਰਿਡਿਊਸ ਦੀ ਕਪੈਸਿਟੀ ਆਫ ਦੀ ਕੰਪਨੀ ਟੂ ਫਰਦਰ ਬੋਰੋ ਫੰਡ, ਯਾਨੀ ਕਿ ਇਹ ਹੋਰ ਫੰਡਸ ਨੇ ਜਿਹੜੇ ਉਹ ਬੋਰੋਡ ਨਹੀਂ ਕਰ ਸਕਦੀ ਹੈਗੀ। ਲਾਰਜ ਅਮਾਊਂਟ ਆਫ ਡਿਵੈਂਚਰ ਰਿਡਿਊਸ ਦੀ ਕ੍ਰੈਡਿਟ ਸਟੈਂਡਿੰਗ ਆਫ ਕੰਪਨੀ, ਜੇ ਹੁਣ ਆਪਾਂ ਨੇ ਜ਼ਿਆਦਾ ਅਮਾਊਂਟ ਦੇ ਵਿੱਚ ਡਿਵੈਂਚਰਸ ਰੇਜ਼ ਕਰ ਲਏ ਤਾਂ ਉਹ ਆਪਣੀ ਜਿਹੜੀ ਕੰਪਨੀ ਦੀ ਗੁੱਡਵਿਲ ਹੈ, ਕ੍ਰੈਡਿਟ ਵਰਥਨੈਸ ਆ ਉਹ 'ਤੇ ਇਫੈਕਟ ਕਰੇਗੀ। ਰੀਪੇਮੈਂਟ ਓਬਲੀਗੇਸ਼ਨ, ਬੱਚੇ ਇਹ ਕੀ ਹੈ ਇੱਕ ਓਬਲੀਗੇਸ਼ਨ ਹੈ ਕੰਪਨੀ ਨੂੰ, ਮਤਲਬ ਕਿ ਇਹ ਵਾਪਿਸ ਕਰਨੇ ਪੈਣਗੇ ਆਫਟਰ ਸਪੈਸੀਫਾਈਡ ਪੀਰੀਅਡ ਤੋਂ ਬਾਅਦ। ਜਿਵੇਂ ਕਿ ਇਕੁਇਟੀ ਸ਼ੇਅਰਸ ਨੇ ਜਿਹੜੇ ਉਹ ਆਪਾਂ ਉਦੋਂ ਪੇ ਕਰਦੇ ਹਾਂ ਜਦੋਂ ਕੰਪਨੀ ਬੰਦ ਹੁੰਦੀ ਹੈ, ਬਟ ਜਿਹੜੀ ਇਹ ਹੈ ਡਿਵੈਂਚਰਸ ਨੇ ਇਹ ਆਪਾਂ ਨੂੰ ਇੱਕ ਸਪੈਸੀਫਾਈਡ ਪੀਰੀਅਡ ਤੋਂ ਬਾਅਦ ਵਾਪਿਸ ਕਰਨੇ ਪੈਣਗੇ। ਚਾਰਜ ਔਨ ਐਸੈਟ, ਇਹਦੇ ਵਿੱਚ ਕੰਪਨੀ ਨੂੰ ਕੀ ਕਰਨਾ ਪੈਂਦਾ ਚਾਰਜ ਦੇਣਾ ਪੈਂਦਾ ਐਸੈਟ ਦਾ, ਤਾਂ ਕਿ ਜੇ ਬਾਈ ਚਾਂਸ ਕੰਪਨੀ ਡਿਫੋਲਟ ਹੈ, ਪੇਮੈਂਟ ਨਹੀਂ ਕਰ ਰਹੀ, ਇੰਟਰਸਟ ਨਹੀਂ ਪੇ ਕਰ ਰਹੀ, ਤਾਂ ਉਹ ਕੀ ਕਰ ਸਕਦੇ ਨੇ ਆਪ ਉਸ ਐਸੈਟ ਨੂੰ ਸੇਲ ਕਰਕੇ ਰਿਕਵਰ ਕਰ ਸਕਦੇ ਨੇ। ਹਾਂਜੀ।